हाँ जी स्टूडेंट्स, वेलकम टू बंसल अकैडमी। मेरे वालों सबनों प्यार भरी सत श्री अकाल। मैं थोड़ा अपना मेंटर अमनप्रीत सिंह। हाँ जी स्टूडेंट्स, ਆਪਾਂ डिस्कस कर रहे हैं जी सुप्रीम कोर्ट। हाँ जी, ਤਾਂ ਸਟੂਡੈਂਟਸ ਕੱਲ ਦੀ ਕਲਾਸ ਦੇ ਵਿੱਚ ਆਪਾਂ ਸੁਪਰੀਮ ਕੋਰਟ ਬਾਰੇ ਕਾਫੀ ਕੁਝ ਡਿਸਕਸ ਕਰ ਚੁੱਕੇ ਹਾਂ। ਕਿਵੇਂ ਇਹਨਾਂ ਦੇ ਜੱਜਿਸ ਦੀ ਅਪਾਇੰਟਮੈਂਟ ਹੁੰਦੀ ਹੈ, ਕਦੋਂ ਕਲੋਜ਼ੀਅਨ ਸਿਸਟਮ ਸ਼ੁਰੂ ਹੋਇਆ ਤੇ ਕਿਹੜੇ ਆਰਟੀਕਲ ਦੇ ਤਹਿਤ ਸੁਪਰੀਮ ਕੋਰਟ ਬਣਿਆ, ਕਿਹੜੇ ਆਰਟੀਕਲ ਦੇ ਤਹਿਤ ਲੋਕਲ ਕੋਰਟ, ਹਾਈ ਕੋਰਟ, ਇਹ ਵੀ ਆਪਾਂ ਕੱਲ ਦੀ ਕਲਾਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਚਲੋ ਇੱਕ ਵਾਰ ਦੁਬਾਰਾ ਫਿਰ ਮੈਂ ਦੱਸਦਾ, ਜਿਹੜਾ ਆਰਟੀਕਲ 124 ਹੈ ਸਟੂਡੈਂਟ, ਇਹ ਮੇਨ ਸੁਪਰੀਮ ਕੋਰਟ ਦੇ ਨਾਲ ਡੀਲ ਕਰਦਾ। ਠੀਕ ਹੈ ਜੀ, ਇਹ ਪੁਆਇੰਟ ਨੋਟ ਕਰਨਾ, ਸੁਪਰੀਮ ਕੋਰਟ ਦੇ ਨਾਲ ਮੇਨ ਡੀਲ ਕਰਦਾ। ਇसी ਤਹਿਤ ਹੀ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਦੀ ਅਪਾਇੰਟਮੈਂਟ ਹੁੰਦੀ ਹੈ, ਇसी ਦੇ ਵਿੱਚ ਉਹਨਾਂ ਦਾ ਸੈਲਰੀ ਹੈ ਤੇ ਇसी ਵਿੱਚ ਹੀ ਉਹਨਾਂ ਦੀਆਂ ਕੁਆਲੀਫਿਕੇਸ਼ਨ ਨੇ, ਇसी ਵਿੱਚ ਹੀ ਉਸਨਾਂ ਦਾ ਰਿਮੂਵਲ ਆ। ਤਾਂ ਇਹ 124 ਆਰਟੀਕਲ ਬੜਾ ਹੀ ਇੰਪੋਰਟੈਂਟ ਆਰਟੀਕਲ ਹੈ। ਹਾਂਜੀ, ਤਾਂ ਸਟੂਡੈਂਟਸ ਇੱਕ ਵਾਰੀ ਜਿਹਨਾਂ ਸਟੂਡੈਂਟਸ ਨੇ ਪਹਿਲਾਂ ਆਪਣੀ ਜਿਹੜੀ ਕਲਾਸ ਫਸਟ ਕਲਾਸ ਸੁਪਰੀਮ ਕੋਰਟ ਉੱਤੇ ਲੱਗੀ ਹੈ ਉਹ ਨਹੀਂ ਦੇਖੀ ਤਾਂ ਇੱਕ ਵਾਰ ਉਹ ਜ਼ਰੂਰ ਚੈੱਕ ਕਰ ਲਿਓ। ਹਾਂਜੀ, ਤੇ ਹੁਣ ਅੱਜ ਸਟੂਡੈਂਟਸ ਆਪਾਂ ਸੈਕੰਡ ਕਲਾਸ ਦੇ ਵਿੱਚ ਅੱਗੇ ਡਿਸਕਸ ਕਰਦੇ ਹਾਂ ਜੀ। ਹਾਂਜੀ, appointment of acting chief justice, appointment of acting chief justice। ਹਾਂਜੀ, ਤਾਂ ਸਟੂਡੈਂਟਸ ਐਕਟਿੰਗ ਚੀਫ ਜਸਟਿਸ ਹੈ ਉਹ ਕਿਵੇਂ ਅਪਾਇੰਟ ਹੁੰਦਾ, ਇਹਦੇ ਬਾਰੇ ਸਟੂਡੈਂਟਸ ਆਪਣੇ ਕੋਲ ਆਰਟੀਕਲ ਕਿਹੜਾ ਜੀ, ਆਰਟੀਕਲ 126। ਆਰਟੀਕਲ 126 ਦੇ ਵਿੱਚ ਜਿਹੜਾ ਐਕਟਿੰਗ ਚੀਫ ਮਿਨਿਸਟਰ ਹੈ ਉਸ ਦੇ ਬਾਰੇ ਸਟੂਡੈਂਟ ਜਾਣਕਾਰੀ ਦਿੱਤੀ ਗਈ ਹੈ ਵੀ ਜਿਹੜਾ ਐਕਟਿੰਗ ਚੀਫ ਮਿਨਿਸਟਰ ਹੈ ਉਸ ਦੀ ਅਪਾਇੰਟਮੈਂਟ ਕਿਵੇਂ ਹੋਊਗੀ। ਹੁਣ ਸਟੂਡੈਂਟਸ ਇੱਕ, ਹਾਂਜੀ, ਹੁਣ ਸਟੂਡੈਂਟ ਜੇ ਸੀਜੀਆਈ ਹੈ, ਜਿਹੜਾ ਚੀਫ ਮਿਨਿਸਟਰ ਹੈ, ਚੀਫ ਮਿਨਿਸਟਰ ਨਹੀਂ ਚੀਫ ਜਸਟਿਸ, ਹਾਂਜੀ, ਇੱਕ ਐਕਟਿੰਗ ਚੀਫ ਜਸਟਿਸ ਆਫ ਇੰਡੀਆ। ਸਪੋਜ਼ ਕਰੋ ਸਟੂਡੈਂਟਸ ਕਿਸੇ ਕਾਰਨ ਕਰਕੇ ਇਹ ਆਪਣੀ ਸੀਟ ਦੇ ਉੱਤੇ ਪ੍ਰੈਜ਼ੈਂਟ ਨਹੀਂ ਹੈਗਾ, ਕਾਰਨ ਕੋਈ ਵੀ ਹੋ ਸਕਦਾ ਹੈ, ਤਾਂ ਸਟੂਡੈਂਟ ਹੋ ਸਕਦਾ ਹੈ ਇਹਦੀ ਸਿਹਤ ਠੀਕ ਨਾ ਹੋਵੇ, ਹੋ ਸਕਦਾ ਹੈ ਕਿਸੇ ਆਊਟ ਆਫ ਇੰਡੀਆ ਹੋਵੇ, ਕੋਈ ਵੀ ਕਾਰਨ ਹੋ ਸਕਦਾ ਹੈ। ਜੇ ਚੀਫ ਜਸਟਿਸ ਇੰਡੀਆ ਦੇ ਵਿੱਚ ਪ੍ਰੈਜ਼ੈਂਟ ਨਹੀਂ ਹੈਗਾ ਤਾਂ ਉਹਦੀ ਥਾਂ ਤੇ ਸਟੂਡੈਂਟ ਐਕਟਿੰਗ ਚੀਫ ਜਸਟਿਸ, ਜਿਹਨੂੰ ਆਪਾਂ ਕਾਰਜਕਾਰੀ ਮੁੱਖ ਜੱਜ ਕਹਿ ਦਿੰਦੇ ਆ ਜੀ, ਤਾਂ ਸਟੂਡੈਂਟਸ ਕਾਰਜਕਾਰੀ ਮੁੱਖ ਜੱਜ ਹੈ, ਇਹ ਅਪਾਇੰਟ ਹੋਊਗਾ ਜੀ ਆਰਟੀਕਲ 126 ਦੇ ਵਿੱਚ। ਆਰਟੀਕਲ 126 ਦੇ ਵਿੱਚ ਉਸ ਸਮੇਂ ਸਟੂਡੈਂਟਸ ਪ੍ਰੈਜ਼ੀਡੈਂਟ, ਭਾਰਤ ਦਾ ਰਾਸ਼ਟਰਪਤੀ, ਜਿਹੜਾ ਅੱਗੇ ਚੀਫ ਜਸਟਿਸ ਨੂੰ ਅਪਾਇੰਟ ਕਰ ਸਕਦਾ। ਠੀਕ ਹੈ, ਐਕਟਿੰਗ ਚੀਫ ਜਸਟਿਸ ਨੂੰ ਅਪਾਇੰਟ ਵੀ ਉਸੀ ਨੇ ਕਰਨਾ ਹੈ। ਤਾਂ ਇਹ ਸਟੂਡੈਂਟ ਹੁਣ ਇਸ ਦੇ ਲਈ ਇਹਨੂੰ ਕੋਈ ਬਹੁਤੀ ਜ਼ਿਆਦਾ ਸੋਚ ਵਿਚਾਰ ਦੀ ਲੋੜ ਨਹੀਂ, ਇਹਨੇ ਜਿਹੜਾ ਅੱਗੇ ਸੀਨੀਅਰ ਜੱਜ ਹੈ ਉਹਨੂੰ ਐਕਟਿੰਗ ਚੀਫ ਜਸਟਿਸ ਹੈ ਉਹ ਅਪਾਇੰਟ ਕਰਦੇ ਨੇ ਆਰਟੀਕਲ 126 ਦੇ ਵਿੱਚ, ਕਿਉਂਕਿ ਚੀਫ ਜਸਟਿਸ ਦੀ ਜਿਹੜੀ ਸੀਟ ਹੈ ਉਹ ਖਾਲੀ ਨਹੀਂ ਰੱਖੀ ਜਾ ਸਕਦੀ। ਹਾਂਜੀ, ਤੇ ਇਸ ਤੋਂ ਬਾਅਦ ਸਟੂਡੈਂਟਸ, ਹਾਂਜੀ, ਇਸ ਤੋਂ ਬਾਅਦ ਸਟੂਡੈਂਟਸ ਆਪਣੇ ਕੋਲ ਹੈ ਜੀ ਆਰਟੀਕਲ 127 127। ਹੁਣ ਇਹਦੇ ਵਿੱਚ ਹੈ ਸਟੂਡੈਂਟ ਐਡ ਹੌਕ ਜੱਜ। ਹੁਣ ਜਿਹੜਾ ਐਡ ਹੌਕ, ਹਾਂਜੀ, ਐਡ ਹੌਕ ਜੱਜ, ਤਾਂ ਸਟੂਡੈਂਟਸ ਇਸ ਦੇ ਵਿੱਚ ਜਿੰਨੇ ਵੀ ਆਪਣੇ ਕੋਲ ਆਣਗੇ ਜੀ ਐਡ ਹੌਕ ਜੱਜਿਸ। ਤਾਂ ਹੁਣ ਜਿਹੜੇ ਐਡ ਹੌਕ ਜੱਜ ਨੇ, ਐਡ ਹੌਕ ਜੱਜਿਸ, ਤਾਂ ਐਡ ਹੌਕ ਜੱਜ ਸਟੂਡੈਂਟਸ ਜਿਹੜੇ ਉਹ ਕਿਹੜੇ ਨੇ ਜੀ, ਜਿਵੇਂ ਆਪਾਂ ਨੂੰ ਹੁਣ ਉਰੇ ਸਟੂਡੈਂਟਸ ਦੇ ਆਰਟੀਕਲ 127 ਦੇ ਵਿੱਚ ਹੈ ਐਡ ਹੌਕ ਜੱਜ। ਹੁਣ ਐਡ ਹੌਕ ਜੱਜ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜੀ ਤਦਹਰ ਵੀ ਐਡ ਹੌਕ ਜੱਜ, ਤਾਂ ਸਟੂਡੈਂਟਸ ਇਹ ਕਦੋਂ ਅਪਾਇੰਟ ਹੋਣਗੇ। ਸਪੋਜ਼ ਕਰੋ ਹੁਣ ਕੋਈ ਕੇਸ, ਦੇਖੋ ਇੱਕ ਕੇਸ ਦੇ ਵਿੱਚ ਜੇ ਆਪਾਂ ਕਹੀਏ ਘੱਟੋ, ਇਹ ਸੁਪਰੀਮ ਕੋਰਟ ਦੇ ਵਿੱਚ ਕਹਿੰਦੇ ਵੀ ਸਿੰਗਲ ਜੱਜ ਦਾ ਜਿਹੜਾ ਬੈਂਚ ਹੈ ਉਹ ਕੇਸ ਦੀ ਸੁਣਵਾਈ ਨਹੀਂ ਕਰਦਾ। ਆਮ ਤੌਰ ਤੇ ਉਹਦੇ ਬੈਂਚ ਦੇ ਵਿੱਚ ਜਿਹੜੇ ਕੇਸ ਸੁਣੇ ਜਾਂਦੇ ਨੇ, 2 ਜੱਜ ਹੋ ਗਏ, 4 ਜੱਜ ਹੋ ਗਏ, 5 ਜੱਜ ਹੋ ਗਏ। ਤਾਂ ਇਸ ਤਰ੍ਹਾਂ ਜਿਵੇਂ ਆਪਾਂ ਕਹੀਏ ਇੰਡੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੇਸ ਹੈ ਉਹ ਕੇਸ਼ਵ ਨੰਦਾ ਕੇਸ ਹੈ, ਕੇਸ਼ਵ ਨੰਦਾ ਭਾਰਤੀ ਕੇਸ, ਜਿਹਦੇ ਬਾਰੇ ਮੋਸਟਲੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ। ਤਾਂ ਇਹ 13 ਜੱਜਾਂ ਦੇ ਬੈਂਚ ਨੇ ਉਰੇ ਫੈਸਲਾ ਦਿੱਤਾ ਸੀ। ਹੁਣ ਸਟੂਡੈਂਟਸ ਕਹਿੰਦਾ ਐਡ ਹੌਕ ਜੱਜ। ਹੁਣ ਐਡ ਹੌਕ ਜੱਜ ਦੀ ਲੋੜ ਸਿਰਫ ਉਦੋਂ ਪਊਗੀ, ਦੇਖੋ ਵੈਸੇ ਇਹ ਅੱਜ ਤੱਕ ਇੰਡੀਆ ਦੇ ਵਿੱਚ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ, ਬਟ ਇਹ ਚਲੋ ਇਨ ਕੇਸ ਜੇ ਕਦੇ ਹੋ ਜਵੇ ਤਾਂ ਸਟੂਡੈਂਟਸ ਉੱਥੇ ਜੱਜਿਸ ਨੇ ਜਿਹੜੇ ਉਹ ਐਬਸੈਂਟ ਨੇ, ਉਹ ਪ੍ਰੈਜ਼ੈਂਟ ਨਹੀਂ ਹੈਗੇ, ਤੇ ਕਿਸੇ ਕੇਸ ਦੇ ਵਿੱਚ ਸਟੂਡੈਂਟਸ ਆਪਾਂ ਨੂੰ ਜਿਹੜੇ ਬੈਂਚ ਪੂਰਤੀ ਲਈ ਜੱਜ ਚਾਹੀਦੇ ਨੇ। ਠੀਕ ਹੈ ਜੀ, ਤਾਂ ਸਟੂਡੈਂਟਸ ਕਿਉਂਕਿ ਦੇਖੋ ਹੁਣ ਜਿਵੇਂ 13 ਜੱਜਿਸ ਦਾ ਬੈਂਚ ਹੈ, ਹੁਣ ਜੇ ਉਸੇ ਤਰ੍ਹਾਂ ਮੰਨ ਲਓ ਹੁਣ ਜੇ
ਆਪਣਾ ਬੇਸਿਕ ਸਟਰਕਚਰ ਦੇ ਨਾਲ ਰਿਲੇਟਡ ਕੋਈ ਕੇਸ ਆਂਦਾ ਤਾਂ ਘੱਟੋ ਘੱਟ ਉਸ ਕੇਸ ਬੈਂਚ ਨੂੰ ਜਿਹੜਾ 14 ਜਾਂ 15 ਜੱਜ ਜਿਹੜੇ ਉਹ ਹੱਲ ਕਰਨਗੇ। ਹੋ ਸਕਦਾ ਇਸ ਤੋਂ ਵੱਧ ਵੀ ਹੋ ਜਾਣ। ਤਾਂ ਸਟੂਡੈਂਟ ਜੇ ਮੌਕੇ ਦੇ ਉੱਤੇ ਜੱਜ ਪ੍ਰੈਜ਼ੈਂਟ ਨਹੀਂ ਹੈਗੇ ਤਾਂ ਫਿਰ ਐਡ ਹੌਕ ਜੱਜ ਹੈ ਜਿਹੜਾ ਇਹ ਅਪਾਇੰਟ ਕੀਤੇ ਜਾਂਦੇ ਨੇ ਤੇ ਐਡ ਹੌਕ ਜੱਜ ਅਪਾਇੰਟ ਹੁੰਦੇ ਨੇ ਆਰਟੀਕਲ 127 ਦੇ ਤਹਿਤ। ਇਹ ਵੀ ਸਟੂਡੈਂਟ ਅਧਿਕਾਰ ਕਿਹਦੇ ਕੋਲ ਹੈ ਜੀ? ਪ੍ਰੈਜ਼ੀਡੈਂਟ ਆਫ ਇੰਡੀਆ ਕੋਲ। ਠੀਕ ਹੈ ਜੀ, ਪ੍ਰੈਜ਼ੀਡੈਂਟ ਆਫ ਇੰਡੀਆ ਨੇ ਹੀ ਸਟੂਡੈਂਟ ਜਿਹੜੇ ਐਡ ਹੌਕ ਜੱਜ ਨੇ ਉਹ ਅਪਾਇੰਟ ਕਰਨੇ ਨੇ। ਹਾਂਜੀ, ਦੈਨ ਇਸ ਤੋਂ ਬਾਅਦ ਹੈ ਸਟੂਡੈਂਟ ਰਿਟਾਇਰ ਜੱਜ। ਰਿਟਾਇਰਡ ਜੱਜ ਹੁਣ ਸਟੂਡੈਂਟਸ ਇਹਦੇ ਲਈ ਕਿਹੜਾ ਜੀ? ਇਹਦੇ ਲਈ ਹੈ ਆਰਟੀਕਲ 128 ਆਰਟੀਕਲ 128 ਦੇ ਤਹਿਤ ਜਿਹੜੇ ਰਿਟਾਇਰ ਜੱਜ ਨੇ, ਕਿਉਂਕਿ ਹੁਣ ਦੇਖੋ ਇਹਨਾਂ ਦੀ ਰਿਟਾਇਰਮੈਂਟ ਦੀ ਏਜ ਕਿੰਨੀ ਹੈ ਜੀ? 65 ਸਾਲ। ਠੀਕ ਹੈ ਜੀ, ਤਾਂ ਸਟੂਡੈਂਟ ਜਿਹੜੇ ਰਿਟਾਇਰ ਜੱਜ ਨੇ ਉਹਨਾਂ ਨੂੰ ਵੀ ਦੁਬਾਰਾ ਬੁਲਾਇਆ ਜਾ ਸਕਦਾ। ਹੁਣ ਕਈ ਵਾਰੀ ਕਿਸੇ ਕੇਸ ਦੇ ਵਿੱਚ ਜਾਂ ਉੱਥੇ ਕੇਸ ਬਹੁਤ ਜ਼ਿਆਦਾ ਨੇ, ਉਹਨਾਂ ਦੇ ਲਈ ਜੱਜ ਜਿਹੜੇ ਐਕਸਟਰਾ ਜੱਜਸ ਦੀ ਲੋੜ ਹੋਵੇ ਤਾਂ ਸਟੂਡੈਂਟਸ ਉਰੇ ਜਿਹੜੇ ਰਿਟਾਇਰ ਜੱਜ ਨੂੰ ਬੁਲਾਇਆ ਜਾਂਦਾ। ਹੁਣ ਰਿਟਾਇਰ ਜੱਜ ਨੂੰ ਬੁਲਾਉਣ ਦਾ ਅਧਿਕਾਰ ਵੀ ਪ੍ਰੈਜ਼ੀਡੈਂਟ ਆਫ ਇੰਡੀਆ, ਭਾਰਤ ਦੇ ਰਾਸ਼ਟਰਪਤੀ ਕੋਲ ਹੋਊਗਾ। ਇਹ ਪੁਆਇੰਟ ਸਟੂਡੈਂਟਸ ਤੁਹਾਨੂੰ ਪਤਾ ਹੋਣਾ ਚਾਹੀਦਾ, ਭਾਰਤ ਦੇ ਰਾਸ਼ਟਰਪਤੀ ਕੋਲ ਹੀ ਇਹ ਅਧਿਕਾਰ ਹੈ। ਤੇ ਇਹਦੇ ਨਾਲ ਸਟੂਡੈਂਟਸ ਇੱਕ ਗੱਲ ਹੋਰ ਯਾਦ ਰੱਖਣੀ ਹੈ, ਜਿਹੜੇ ਪ੍ਰੈਜ਼ੀਡੈਂਟ ਹੈ ਹੁਣ ਰਿਟਾਇਰ ਜੱਜ ਜਦੋਂ ਆਉਣਗੇ ਤਾਂ ਸਟੂਡੈਂਟਸ ਆਮ ਤੌਰ ਤੇ ਜਿਵੇਂ ਇਹ 2 ਸਾਲ ਦੇ ਲਈ ਵੱਧ ਤੋਂ ਵੱਧ, ਇਹ ਨਹੀਂ ਹੈਗਾ ਵੀ 2 ਸਾਲ ਦੀ ਮਿਨੀਮਮ ਨਹੀਂ ਹੈ, ਮੈਕਸਿਮਮ ਟਾਈਮ ਪੀਰੀਅਡ ਹੈ। ਜਿਵੇਂ ਹੁਣ ਐਡ ਹੌਕ ਜੱਜ ਹੋ ਗਏ, ਠੀਕ ਹੈ ਜੀ, ਉਹਨਾਂ ਦਾ ਸਟੂਡੈਂਟਸ ਕਿਉਂਕਿ ਉਹ ਤਾਂ ਸਿਰਫ ਉਹ ਪਾਰਟਿਕੂਲਰ ਉਸ ਕੇਸ ਦੇ ਲਈ ਬੁਲਾਇਆ, ਉਸ ਤੋਂ ਬਾਅਦ ਉਹਨਾਂ ਨੂੰ ਘਰ ਤੋਰ ਦਿੱਤਾ ਜਾਊਗਾ। ਬਟ ਜੇ ਰਿਟਾਇਰ ਜੱਜ ਬੁਲਾਏ ਜਾਂਦੇ ਨੇ ਤਾਂ ਸਟੂਡੈਂਟਸ ਇਹਨਾਂ ਨੂੰ ਮੈਕਸਿਮਮ ਵੱਧ ਤੋਂ ਵੱਧ 2 ਸਾਲ ਦੇ ਸਮੇਂ ਲਈ ਬੁਲਾਇਆ ਜਾਂਦਾ ਤੇ ਇਹਨਾਂ ਦੀ ਫਿਰ ਸੈਲਰੀ ਅਲਾਉਂਸ ਹੈ ਉਹ ਵੀ ਜਿਹੜੇ ਭਾਰਤ ਦੇ ਰਾਸ਼ਟਰਪਤੀ ਨੇ ਹੀ ਤੈਅ ਕਰਨੀ ਹੈ। ਜਿਵੇਂ ਆਮ ਤੌਰ ਤੇ ਆਪਾਂ ਨੂੰ ਪਤਾ ਹੈ ਵੀ ਜੱਜ ਦੀ ਸੈਲਰੀ ਹੈ ਘੱਟੋ ਘੱਟ 2.5 ਲੱਖ ਰੁਪਏ ਤੇ ਚੀਫ ਜਸਟਿਸ ਦੀ 280 ਹੈ। ਠੀਕ ਹੈ ਜੀ, ਪਰ ਇਸ ਤਰ੍ਹਾਂ ਸਟੂਡੈਂਟ ਇਹਨਾਂ ਦੀ ਸੈਲਰੀ, ਤਾਂ ਇਹਨਾਂ ਦੀ ਜਿਹੜੀ ਸੈਲਰੀ ਹੈ ਉਹ ਪ੍ਰੈਜ਼ੀਡੈਂਟ ਨੇ ਤੈਅ ਕਰਨੀ ਹੈ। ਇਹਨਾਂ ਨੂੰ ਅਲਾਉਂਸ ਜਾਂ ਅਦਰ ਬੈਨੀਫਿਟ ਹੈ ਉਹ ਸਾਰੇ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਹੀ ਦੇਖਣੇ ਨੇ। ਹਾਂਜੀ, ਤੇ ਇਸ ਤੋਂ ਬਿਨਾਂ ਸਟੂਡੈਂਟ ਜੇ ਹੁਣ ਆਪਾਂ ਕਹੀਏ ਕਿਸੇ ਜੱਜ ਨੂੰ ਜੇ ਰਿਮੂਵ ਕਰਨਾ ਹੈ, ਰਿਮੂਵਲ ਤਾਂ ਸਟੂਡੈਂਟ ਰਿਮੂਵਲ ਆਰਟੀਕਲ 124 ਦੇ ਵਿੱਚ, ਆਰਟੀਕਲ 124 ਦੇ ਵਿੱਚ ਹੀ ਇੱਕ ਪ੍ਰੋਸੈਸ ਲਿਖਿਆ ਵੀ ਕਿਸ ਤਰ੍ਹਾਂ ਜੱਜ ਨੂੰ ਰਿਮੂਵ ਕੀਤਾ ਜਾਂਦਾ। ਆਮ ਤੌਰ ਤੇ ਕਿਹਾ ਜਾਂਦਾ ਇੰਪੀਚਮੈਂਟ, ਬਟ ਸਟੂਡੈਂਟਸ ਇੱਕ ਗੱਲ ਯਾਦ ਰੱਖਿਓ, ਆਰਟੀਕਲ 61 ਦੇ ਵਿੱਚ ਲੱਗਦਾ ਇੰਪੀਚਮੈਂਟ ਤੇ ਉਹ ਸਿਰਫ ਪ੍ਰੈਜ਼ੀਡੈਂਟ ਆਫ ਇੰਡੀਆ ਲਈ ਲੱਗਦਾ। ਹੋਰ ਇਸ ਤੋਂ ਬਿਨਾ ਹਮੇਸ਼ਾ ਰਿਮੂਵਲ ਸ਼ਬਦ ਯੂਜ਼ ਹੁੰਦਾ, ਕਦੇ ਇੰਪੀਚਮੈਂਟ ਨਹੀਂ ਸ਼ਬਦ ਯੂਜ਼ ਹੁੰਦਾ। ਇੰਪੀਚਮੈਂਟ ਸਿਰਫ ਪ੍ਰੈਜ਼ੀਡੈਂਟ ਆਫ ਇੰਡੀਆ ਲਈ। ਹੁਣ ਜਿਹੜਾ ਸਟੂਡੈਂਟਸ ਆਰਟੀਕਲ 124 ਹੈ, ਆਰਟੀਕਲ 124 ਦੇ ਵਿੱਚ ਦੱਸਿਆ ਗਿਆ ਰਿਮੂਵਲ। ਹੁਣ ਰਿਮੂਵਲ ਇਹਨਾਂ ਦਾ ਕਿਵੇਂ ਹੋਊਗਾ? ਜਦੋਂ ਸਟੂਡੈਂਟਸ ਕਿਸੇ ਜੱਜ ਨੂੰ ਰਿਮੂਵ ਕਰਨਾ ਹੈ ਤਾਂ ਰਿਮੂਵ ਕਿਵੇਂ ਕੀਤਾ ਜਾਊਗਾ? ਹੁਣ ਸਟੂਡੈਂਟਸ ਆਮ ਤੌਰ ਤੇ ਰਿਮੂਵ ਕਰਨ ਦੇ ਲਈ ਜਿਹੜਾ ਪਹਿਲਾ ਸਟੂਡੈਂਟਸ ਜਿਹੜਾ ਬਿੱਲ ਹੈ, ਠੀਕ ਹੈ ਜੀ, ਉਹ ਬਿੱਲ ਪਾਰਲੀਮੈਂਟ ਦੇ ਵਿੱਚ ਆਊਗਾ। ਪਾਰਲੀਮੈਂਟ ਦੇ ਕਿਸੇ ਵੀ ਹਾਊਸ ਤੋਂ ਸ਼ੁਰੂ ਹੋ ਸਕਦਾ ਹੈ, ਚਾਹੇ ਉਹ ਮੰਨ ਲਓ ਜੀ ਰਾਜ ਸਭਾ, ਚਾਹੇ ਮੰਨ ਲਓ ਲੋਕ ਸਭਾ। ਠੀਕ ਹੈ ਜੀ, ਚਾਹੇ ਲੋਕ ਸਭਾ ਚਾਹੇ ਰਾਜ ਸਭਾ। ਹੁਣ ਇੱਥੇ ਸਟੂਡੈਂਟ ਜਿਹੜੇ ਪ੍ਰੈਜ਼ੀਡੈਂਟ ਮੈਂਬਰ ਨੇ ਉਹਨਾਂ ਦਾ 50%, ਜਿਹੜੇ ਟੋਟਲ ਮੈਂਬਰ ਨੇ, ਟੋਟਲ ਮੈਂਬਰ ਦਾ 50% ਤੇ ਪ੍ਰੈਜ਼ੀਡੈਂਟ ਮੈਂਬਰ ਦਾ ਦੇਖੋ ਟੋਟਲ ਮੈਂਬਰ ਨੇ ਜਿਹੜੇ ਉਹਨਾਂ ਦਾ ਕਿੰਨਾ ਹੈ ਜੀ 50%, ਤੇ ਜਿਹੜੇ ਪ੍ਰੈਜ਼ੈਂਟ ਮੈਂਬਰ ਨੇ ਇਹਨਾਂ ਦਾ ਹੋ ਗਿਆ ਜੀ 2/3। ਹੁਣ ਇਹ ਹੈ ਸਟੂਡੈਂਟ ਸਪੈਸ਼ਲ, ਇਹ ਉਰੇ ਜਿਹੜਾ ਇਹ ਸਪੈਸ਼ਲ ਅਧਿਕਾਰ ਆ। ਠੀਕ ਹੈ ਜੀ, ਸਪੈਸ਼ਲ ਅਧਿਕਾਰ ਮਤਲਬ ਇੱਕ ਤਰ੍ਹਾਂ ਸਪੈਸ਼ਲ ਪ੍ਰੋਸੈਸ ਹੈ। ਟੋਟਲ ਮੈਂਬਰਾਂ ਦਾ 50% ਤੇ ਪ੍ਰੈਜ਼ੈਂਟ ਮੈਂਬਰਾਂ ਦਾ 2/3। ਇਸ ਤਰ੍ਹਾਂ ਸਟੂਡੈਂਟ ਇੱਕ ਹਾਊਸ ਦੇ ਵਿੱਚੋਂ ਪਾਸ ਹੋ ਕੇ ਉਹ ਦੂਜੇ ਹਾਊਸ ਦੇ ਵਿੱਚ ਜਾਊਗਾ। ਫਿਰ ਦੂਜੇ ਹਾਊਸ ਦੇ ਵਿੱਚ ਸਟੂਡੈਂਟਸ ਇਹ ਸੇਮ ਜਿਹੜਾ ਪ੍ਰੋਸੈਸ ਹੈ ਇਹ ਦੁਹਰਾਇਆ ਜਾਊਗਾ। ਤੇ ਜਦੋਂ ਸਟੂਡੈਂਟਸ ਇਹ ਪਾਸ ਹੋ ਜਾਵੇ, ਜਦੋਂ ਸਟੂਡੈਂਟ ਦੋਨੋਂ ਹਾਊਸ ਦੇ ਵਿੱਚ ਪਾਸ ਹੋ ਜਾਵੇ ਤਾਂ ਹੀ ਚੀਫ ਜੱਜ ਨੂੰ ਜਿਹੜਾ ਅਪਾਇੰਟ, ਜਿਹੜਾ ਚੀਫ ਜਸਟਿਸ ਆਫ ਇੰਡੀਆ ਸਟੂਡੈਂਟਸ, ਉਸ ਨੂੰ ਜਿਹੜਾ ਰਿਮੂਵ ਕੀਤਾ ਜਾ ਸਕਦਾ। ਠੀਕ ਹੈ ਜੀ, ਹੁਣ ਇੱਕ ਗੱਲ ਯਾਦ ਰੱਖਿਓ ਸਟੂਡੈਂਟਸ, ਜਿਹੜਾ ਰਾਸ਼ਟਰਪਤੀ ਹੈ, ਰਾਸ਼ਟਰਪਤੀ ਫਿਰ ਹਾਂਜੀ
ਤਾਂ ਸਟੂਡੈਂਟ ਰਾਸ਼ਟਰਪਤੀ ਫਿਰ ਉਸ ਬਿੱਲ ਨੂੰ ਪਾਸ ਕਰ ਦੂਗਾ। ਇਸ ਤਰ੍ਹਾਂ ਚੀਫ ਜਸਟਿਸ ਜਾਂ ਅਦਰ ਜੱਜ ਜਿਹੜੇ ਉਹਨਾਂ ਨੂੰ ਜਿਹੜਾ ਰਿਮੂਵ ਕੀਤਾ ਜਾ ਸਕਦਾ। ਪਰ ਹੁਣ ਇੱਕ ਗੱਲ ਇਹ ਹੈ, ਰਿਮੂਵ ਕਿਉਂ ਕੀਤਾ ਜਾਊਗਾ? ਰਿਮੂਵ ਹਮੇਸ਼ਾ ਉਦੋਂ ਕੀਤਾ ਜਾਊਗਾ ਜਦੋਂ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਹੈ ਉਸ ਨੂੰ ਉਹਨਾਂ ਨੇ ਵਾਇਲੈਂਟ ਕੀਤਾ, ਵੀ ਉਹਦੀ ਜਿਹੜਾ ਇੱਕ ਤਰ੍ਹਾਂ ਉਹਦਾ ਆਪਾਂ ਕਹਿ ਸਕਦੇ ਹਾਂ ਉਹਦੀ ਰਿਸਪੈਕਟ ਨਹੀਂ, ਉਹਦਾ ਜਿਹੜਾ ਉਹਨਾਂ ਨੇ ਉਹਨੂੰ ਵਾਇਲੈਂਟ ਕੀਤਾ। ਵਾਇਲੈਂਟ ਕਰਨ ਤੇ ਹੀ ਜਿਹੜਾ ਇਹ ਰਿਮੂਵਲ ਪ੍ਰੋਸੈਸ ਹੈ ਉਹ ਸ਼ੁਰੂ ਹੋਊਗਾ। ਪਰ ਇੱਕ ਗੱਲ ਇਹ ਵੀ ਯਾਦ ਰੱਖਣੀ ਹੈ, ਤੇ ਅੱਜ ਤੱਕ ਸਟੂਡੈਂਟ ਇੰਡੀਆ ਦੇ ਵਿੱਚ ਕਿਸੇ ਵੀ ਜੱਜ ਨੂੰ, ਖਾਸ ਤੌਰ ਤੇ CGI ਨੂੰ ਇਸ ਤਰ੍ਹਾਂ ਰਿਮੂਵ ਕਦੇ ਵੀ ਨਹੀਂ ਕੀਤਾ ਗਿਆ। ਬਟ ਇੰਨੀ ਗੱਲ ਹੈ 1991 ਦੇ ਵਿੱਚ ਜਸਟਿਸ ਰਾਮਾਸਵਾਮੀ ਦੇ ਵਿਰੁੱਧ ਜਿਹੜਾ ਜਸਟਿਸ ਰਾਮਾਸਵਾਮੀ ਦੇ ਵਿਰੁੱਧ ਸਟੂਡੈਂਟ ਜਿਹੜਾ ਰਿਮੂਵਲ ਪ੍ਰੋਸੈਸ ਹੈ ਉਹ ਸ਼ੁਰੂ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ 1993 ਦੇ ਵਿੱਚ 1993 ਦੇ ਵਿੱਚ ਸਟੂਡੈਂਟ ਇਹ ਜਿਹੜਾ ਦੇਖੋ 1991 ਦੇ ਵਿੱਚ ਇਹ ਰਿਮੂਵਲ ਲੈ ਕੇ ਆਉਣ ਦਾ ਫੈਸਲਾ ਕੀਤਾ ਗਿਆ ਤੇ 1993 ਦੇ ਵਿੱਚ ਜਿਹੜਾ ਇਹ ਰਿਮੂਵਲ ਪ੍ਰੋਸੈਸ ਚੱਲਿਆ ਸੀ। ਬਟ ਇਹ ਸਟੂਡੈਂਟ ਲੋਕ ਸਭਾ ਦੇ ਵਿੱਚ ਪਾਸ ਨਹੀਂ ਹੋਇਆ ਸੀ। ਇਹ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ ਸੀ, ਬਟ ਲੋਕ ਸਭਾ ਦੇ ਵਿੱਚ ਪਾਸ ਨਾ ਹੋਣ ਕਰਕੇ ਇਹ ਜਿਹੜਾ ਕੇਸ ਇਹ ਸਟੂਡੈਂਟ ਜਸਟਿਸ ਰਾਮਾਸਵਾਮੀ ਨੂੰ ਰਿਮੂਵ ਨਹੀਂ ਕੀਤਾ ਗਿਆ। ਤਾਂ ਅੱਜ ਤੱਕ ਇੰਡੀਆ ਦੇ ਵਿੱਚ ਕਿਸੇ ਵੀ ਜੱਜ ਨੂੰ ਇਸ ਤਰ੍ਹਾਂ ਰਿਮੂਵ ਨਹੀਂ ਕੀਤਾ ਗਿਆ। ਇੱਕ ਤਾਂ ਗੱਲ ਆਪਾਂ ਨੂੰ ਇਹ ਪਤਾ ਹੋਣੀ ਚਾਹੀਦੀ ਹੈ, ਕਿਉਂਕਿ ਸਟੂਡੈਂਟਸ ਇਹ ਪੁਆਇੰਟ ਜਿਹੜੇ ਬੜੇ ਹੀ ਇੰਪੋਰਟੈਂਟ ਪੁਆਇੰਟ ਨੇ। ਹਾਂਜੀ, ਦੈਨ ਇਸ ਤੋਂ ਬਿਨਾ ਜੇ ਸਟੂਡੈਂਟ ਮੈਂ ਹੁਣ ਇੱਕ ਗੱਲ ਕਰਾਂ ਸੁਪਰੀਮ ਕੋਰਟ ਦੇ ਵਿੱਚ ਫਰਸਟ ਵੂਮਨ, ਠੀਕ ਹੈ ਜੀ, ਫਰਸਟ ਵੂਮਨ ਜੱਜ, ਪਹਿਲੀ ਵੂਮਨ। ਦੇਖੋ ਅੱਜ ਤੱਕ ਇੰਡੀਆ ਦੇ ਵਿੱਚ ਕੋਈ ਵੀ ਫੀਮੇਲ CGI ਨਹੀਂ ਬਣੀ, ਚੀਫ ਜਸਟਿਸ ਆਫ ਇੰਡੀਆ ਕੋਈ ਵੀ ਫੀਮੇਲ ਨਹੀਂ ਬਣੀ। ਇਹ ਪੁਆਇੰਟ ਕਲੀਅਰ ਹੋਣਾ ਚਾਹੀਦਾ। ਬਟ ਸਟੂਡੈਂਟਸ ਆਪਣੇ ਕੋਲ ਹਾਂਜੀ 1989 ਦੇ ਵਿੱਚ ਕੁਮਾਰੀ ਮੀਰਾ ਸਾਹਿਬ ਫਾਤਿਮਾ ਬੀਬੀ। ਹਾਂਜੀ, ਤਾਂ ਸਟੂਡੈਂਟਸ ਆਪਣੇ ਕੋਲ ਇਹ ਯਾਦ ਰੱਖਿਓ ਕੁਮਾਰੀ ਮੀਰਾ ਸਾਹਿਬ ਫਾਤਿਮਾ ਬੀਬੀ ਹੈ ਜਿਹੜਾ, ਹਾਂਜੀ ਫਾਤਿਮਾ ਬੀਬੀ, ਇਸ ਨੂੰ ਸਟੂਡੈਂਟ ਇਹ ਜਿਹੜੇ 89 ਦੇ ਵਿੱਚ ਫਰਸਟ ਜਿਹੜੇ ਵੂਮਨ ਜੱਜ ਨੇ ਉਹ ਸੁਪਰੀਮ ਕੋਰਟ ਦੇ ਲਈ ਇਹ ਬਣੇ ਨੇ। ਇਹ ਪੁਆਇੰਟ ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਕੁਮਾਰੀ ਮੀਰਾ ਫਾਤਿਮਾ ਬੀਬੀ ਪਹਿਲੀ ਜਿਹੜੀ ਆਪਣੇ ਕੋਲ ਜਸਟਿਸ ਹੈ ਜੀ, ਜੱਜ ਹੈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਅਪਾਇੰਟ ਹੋਈ ਹੈ, ਕਿਉਂਕਿ ਇਸ ਤੋਂ ਪਹਿਲਾਂ ਕੋਈ ਵੀ ਫੀਮੇਲ ਨੂੰ ਇੱਥੇ ਅਪਾਇੰਟ ਨਹੀਂ ਕੀਤਾ ਗਿਆ। ਹਾਂਜੀ, ਇਹ ਸਟੂਡੈਂਟ ਅਪਾਇੰਟ ਹੋਣ ਵਾਲੀ ਜਿਹੜੀ ਪਹਿਲੀ ਆਪਣੇ ਕੋਲ ਜੱਜ ਹੈ। ਹਾਂਜੀ, ਹੁਣ ਸਟੂਡੈਂਟ ਜੇ ਆਪਾਂ ਗੱਲ ਕਰੀਏ ਅੱਗੇ ਆਪਣੇ ਜਸਟਿਸ ਦੀ, ਚੀਫ ਜਸਟਿਸ ਦਾ ਸਟੂਡੈਂਟ ਪਹਿਲੇ ਚੀਫ ਜਸਟਿਸ ਕੌਣ ਹੈ? ਹੀਰਾ ਲਾਲ ਜੇ ਕਾਨੀਆ। ਹੀਰਾ ਲਾਲ ਜੇ ਕਾਨੀਆ ਸਟੂਡੈਂਟ 1950 ਦੇ ਵਿੱਚ ਪਹਿਲੇ ਜਿਹੜੇ ਚੀਫ ਜਸਟਿਸ ਨੇ ਇਹ ਅਪਾਇੰਟ ਹੋਏ। ਤਾਂ ਇਹ ਕੁਐਸਚਨ ਪਤਾ ਨਹੀਂ ਕਿੰਨੀ ਕੁ ਵਾਰ ਜਿਹੜਾ ਆਪਣੇ ਕੋਲ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ। ਤੇ ਸਟੂਡੈਂਟਸ ਇਹ 1950 ਤੋਂ ਲੈ ਕੇ 1951 ਤੱਕ ਸੀ। ਤਾਂ ਮੈਂ ਕੁਝ ਤੁਹਾਨੂੰ ਇੰਪੋਰਟੈਂਟ ਚੀਫ ਜਸਟਿਸ ਹੈ ਉਹ ਵੀ ਨੋਟ ਕਰਵਾਣੇ ਨੇ। ਤੇ ਅੱਜ ਤੱਕ ਪਹਿਲਾਂ ਤੇ ਗੱਲ ਯਾਦ ਰੱਖਿਓ ਟੋਟਲ 50 ਚੀਫ ਜਸਟਿਸ ਬਣ ਚੁੱਕੇ ਨੇ 1950 ਤੋਂ ਲੈ ਕੇ 2024 ਤੱਕ। ਠੀਕ ਹੈ ਜੀ। ਹਾਂਜੀ, ਇਸ ਤੋਂ ਬਾਅਦ ਹੈ ਸਟੂਡੈਂਟ ਜਿਹੜੇ ਨੈਕਸਟ ਨੇ ਉਹ ਨੇ ਜੀ ਪਤੰਜਲੀ ਸ਼ਾਸਤਰੀ। ਪਤੰਜਲੀ ਸ਼ਾਸਤਰੀ ਤਾਂ ਸੈਕਿੰਡ ਸਟੂਡੈਂਟ ਆਪਾਂ ਨੂੰ ਪਤਾ ਹੋਣਾ ਚਾਹੀਦਾ, ਇਹ 1951 ਦੇ ਵਿੱਚ ਬਣੇ ਨੇ। ਠੀਕ ਹੈ ਜੀ, ਇਹ 1951 ਦੇ ਵਿੱਚ ਬਣੇ ਨੇ। ਹੀਰਾ ਲਾਲ ਜੇ ਕਨੀਆ ਤੋਂ ਬਾਅਦ ਐਮ ਪਤੰਜਲੀ ਸ਼ਾਸਤਰੀ। ਤਾਂ ਸਟੂਡੈਂਟਸ ਐਮ ਪਤੰਜਲੀ ਸ਼ਾਸਤਰੀ ਨੇ ਜਿਹੜੇ ਇਹ ਆਪਣੇ ਕੋਲ ਸੈਕਿੰਡ ਚੀਫ ਜਸਟਿਸ ਨੇ, ਇਹ 51 ਤੋਂ ਲੈ ਕੇ 54 ਤੱਕ। ਠੀਕ ਹੈ ਜੀ, 1951 ਤੋਂ ਲੈ ਕੇ ਇਹ 1954 ਤੱਕ ਇਹਨਾਂ ਨੇ ਕੰਮ ਕੀਤਾ ਹੈ। ਹਾਂਜੀ, ਇਸ ਤੋਂ ਬਾਅਦ ਸਟੂਡੈਂਟਸ ਆਪਣੇ ਕੋਲ ਹਾਂਜੀ ਫਿਰ ਹੈ ਸਟੂਡੈਂਟ ਬੀਪੀ ਸਿਨਹਾ। ਇਹ ਬੀਪੀ ਸਿਨਹਾ ਕਿਉਂ ਇੰਪੋਰਟੈਂਟ ਹੈ? ਕਿਉਂਕਿ ਸਟੂਡੈਂਟਸ ਇਹ ਸੀਗੇ ਬੀਰੂ ਬਾਰੀ ਕੇਸ। ਬੀਰੂ ਬਾਰੀ ਕੇਸ ਜਿਹੜਾ ਆਇਆ ਸੀ 1960 ਦੇ ਵਿੱਚ, ਜਿਹਦੇ ਵਿੱਚ ਕਿਹਾ ਗਿਆ ਸੀਗਾ ਵੀ ਜਿਹੜਾ ਪ੍ਰੈਂਬਲ ਹੈ, ਪ੍ਰੈਂਬਲ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ
नहीं हैगा। ठीक है जी, पहला केस ਸੀ ਜਿਹਦੇ ਵਿੱਚ ਕਿਹਾ ਗਿਆ ਸੀ ਵੀ ਪ੍ਰੈਂਬਲ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਹੈਗਾ, ਤਾਂ ਉਦੋਂ ਬੀਪੀ ਸੈਨਾ ਸੀ, ਭੁਵਨੇਸ਼ਵਰ ਪ੍ਰਸਾਦ ਸੈਨਾ। ਇਹ ਤਾਂ ਇੰਪੋਰਟੈਂਟ ਹੈ। ਹਾਂਜੀ, ਤਾਂ ਸਟੂਡੈਂਟ ਜਿਹੜੇ ਬੀਪੀ ਸੈਨਾ ਨੇ ਇਹ ਤਕਰੀਬਨ ਸਟੂਡੈਂਟ 1959 1959 ਤੋਂ ਲੈ ਕੇ ਇਹਨਾਂ ਨੇ ਸਟੂਡੈਂਟਸ 1964 ਤੱਕ ਕੰਮ ਕੀਤਾ। ਠੀਕ ਹੈ ਜੀ। ਹਾਂਜੀ, ਇਸ ਤੋਂ ਬਾਅਦ ਸਟੂਡੈਂਟਸ ਆਪਣੇ ਕੋਲ ਜਿਹੜੇ ਇੱਕ SM ਸਿਕਰੀ। ਹੁਣ SM ਸਿਕਰੀ ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹ ਕੇਸ਼ਵ ਨੰਦਾ ਭਾਰਤੀ ਕੇਸ ਜਿਹੜਾ 1973 ਦੇ ਵਿੱਚ ਆਇਆ, ਉਹਦੇ ਵਿੱਚ CGI ਸੀਗੇ। SM ਸਿਕਰੀ ਤਾਂ ਇੰਪੋਰਟੈਂਟ ਹੈ ਸਟੂਡੈਂਟ, ਇਹ ਕੇਸ਼ਵ ਨੰਦਾ ਭਾਰਤੀ ਕੇਸ ਇਹ ਉਸ ਦੇ ਵਿੱਚ ਸਟੂਡੈਂਟ CGI ਸੀ। ਇਹ 1971 ਤੋਂ ਲੈ ਕੇ 73 ਤੱਕ। ਹਾਂਜੀ, ਤੇ ਇਸ ਤੋਂ ਬਾਅਦ ਸਟੂਡੈਂਟਸ ਨੈਕਸਟ ਜਿਵੇਂ ਤੁਹਾਨੂੰ ਦੱਸਿਆ ਅਜੀਤ ਨਾਥ ਰੇ। ਹੁਣ ਜੇ ਤੁਸੀਂ ਲਾਸਟ ਕਲਾਸ ਦੇਖੀ ਹੋਵੇ ਤਾਂ ਤੁਹਾਨੂੰ ਪਤਾ ਹੋਊਗਾ ਅਜੀਤ ਨਾਥ ਰੇ ਕੌਣ ਹੈ। ਅਜੀਤ ਨਾਥ ਰੇ ਪਹਿਲਾ ਉਹ CGI ਹੈ ਜੀ ਜਿਸ ਨੂੰ ਜਿਹੜਾ 3 ਸੀਨੀਅਰ ਜੱਜ ਨੂੰ ਓਲੇ ਕਰਕੇ ਇੱਕ ਪਾਸੇ ਕਰਕੇ ਇਹ ਚੌਥੇ ਨੰਬਰ ਦੇ ਜੱਜ ਨੂੰ CGI ਜਿਹੜਾ ਭਾਰਤ ਦੇ ਵਿੱਚ ਲਾਇਆ ਗਿਆ ਸੀ। ਇਹ ਫਸਟ ਐਗਜ਼ਾਮਪਲ ਆਪਾਂ ਨੂੰ ਦੇਖਣ ਨੂੰ ਮਿਲੀ ਸੀ ਅਜੀਤ ਨਾਥ ਰੇ ਦੀ। ਹਾਂਜੀ, ਤਾਂ ਸਟੂਡੈਂਟ ਇਸ ਤੋਂ ਬਾਅਦ ਸਟੂਡੈਂਟ M ਹਦਾਇਤੁੱਲਾ। M ਹਦਾਇਤੁੱਲਾ। ਹੁਣ ਸਟੂਡੈਂਟ ਜਿਹੜੇ M ਹਦਾਇਤੁੱਲਾ, ਹੁਣ ਸਟੂਡੈਂਟਸ ਇਹ M ਹਦਾਇਤੁੱਲਾ ਕੌਣ ਨੇ? M ਹਦਾਇਤੁੱਲਾ ਜਿਹੜੇ ਆਪਾਂ ਨੂੰ ਪਤਾ ਹੋਣਾ ਚਾਹੀਦੇ ਨੇ, ਕਿਉਂਕਿ ਸਟੂਡੈਂਟ ਜਿਹੜੇ ਇਹ M ਹਦਾਇਤੁੱਲਾ ਨੇ। ਹਾਂਜੀ, ਇੱਕ ਸਟੂਡੈਂਟ M ਹਦਾਇਤੁੱਲਾ ਦਾ ਨਾਮ ਯਾਦ ਰੱਖਣਾ ਹੈ ਜਿਨ੍ਹਾਂ ਨੇ ਸਟੂਡੈਂਟ 1969 ਦੇ ਵਿੱਚ M ਹਦਾਇਤੁੱਲਾ 1969 ਦੇ ਵਿੱਚ ਐਕਟਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕੀਤਾ। ਹੁਣ ਇਹਨਾਂ ਦਾ ਟਾਈਮ ਪੀਰੀਅਡ 1968 ਤੋਂ ਲੈ ਕੇ 1970 ਤੱਕ ਹੈ। ਠੀਕ ਹੈ, ਇਹ ਪੁਆਇੰਟ ਵੀ ਸਟੂਡੈਂਟ ਨੋਟ ਰੱਖੋ। M ਹਦਾਇਤੁੱਲਾ ਜਿਹੜੇ ਆਪਣੇ ਕੋਲ CGI ਨੇ ਸਟੂਡੈਂਟਸ, ਇਹਨਾਂ ਨੇ ਹਾਂਜੀ, ਤਾਂ ਸਟੂਡੈਂਟ M ਹਦਾਇਤੁੱਲਾ ਇਹਨਾਂ ਨੇ 1968 ਤੋਂ ਲੈ ਕੇ 1970 ਤੱਕ 1968 ਤੋਂ ਲੈ ਕੇ 1970 ਤੱਕ ਇਹਨਾਂ ਨੇ ਸਟੂਡੈਂਟ ਜਿਹੜਾ ਕੰਮ ਕੀਤਾ ਸੀ। ਹਾਂਜੀ, ਇਸ ਤੋਂ ਬਾਅਦ ਸਟੂਡੈਂਟ ਜੇ ਆਪਾਂ ਅੱਗੇ ਡਿਸਕਸ ਕਰੀਏ ਹਾਂਜੀ, ਫਿਰ ਸਟੂਡੈਂਟਸ ਆਪਣੇ ਕੋਲ YV ਚੰਦਰਚੂੜ। ਚੰਦਰਚੂੜ ਇਹਨਾਂ ਨੇ ਸਟੂਡੈਂਟਸ ਜਿਹੜੇ ਇਹ ਐਟ ਪ੍ਰੈਜ਼ੈਂਟ DY ਚੰਦਰਚੂੜ ਨੇ, ਇਹ ਉਹਨਾਂ ਦੇ ਫਾਦਰ ਨੇ ਸਟੂਡੈਂਟ। YV ਚੰਦਰਚੂੜ ਜਿਹੜੇ ਐਟ ਪ੍ਰੈਜ਼ੈਂਟ ਆਪਣੇ ਕੋਲ DY ਚੰਦਰਚੂੜ ਨੇ ਸਟੂਡੈਂਟ, ਇਹ ਉਹਨਾਂ ਦੇ ਫਾਦਰ ਨੇ। ਤੇ ਇਹਨਾਂ ਨੇ ਸਟੂਡੈਂਟ 1978 ਤੋਂ ਲੈ ਕੇ 85 ਤੱਕ ਇਹਨਾਂ ਦਾ ਟਾਈਮ ਪੀਰੀਅਡ ਸਭ ਤੋਂ ਵੱਡਾ ਟਾਈਮ ਪੀਰੀਅਡ ਹੈ, ਇਹਨਾਂ ਦਾ ਲੌਂਗੇਸਟ ਟਾਈਮ ਪੀਰੀਅਡ ਹੈ ਸਟੂਡੈਂਟ। ਸੇਵ ਯਾਦ ਰੱਖਿਓ, YV ਚੰਦਰਚੂੜ ਉਹਨਾਂ ਨੇ 1978 ਤੋਂ ਲੈ ਕੇ 85 ਤੱਕ ਸਟੂਡੈਂਟ ਜਿਹੜਾ ਕੰਮ ਕੀਤਾ। ਹਾਂਜੀ, ਤੇ ਸਟੂਡੈਂਟ ਹੁਣ ਐਟ ਪ੍ਰੈਜ਼ੈਂਟ ਕੌਣ ਨੇ ਜੀ? DY ਚੰਦਰਚੂੜ। DY ਚੰਦਰਚੂੜ ਸਟੂਡੈਂਟ ਇਹ 2022 ਤੋਂ ਬਣੇ ਨੇ ਤੇ ਇਹ ਹਜੇ ਤੱਕ ਆਪਣੇ ਅਹੁਦੇ ਦੇ ਉੱਤੇ ਬਰਕਰਾਰ। ਠੀਕ ਹੈ ਜੀ, ਤਾਂ ਇਸ ਤਰ੍ਹਾਂ ਸਟੂਡੈਂਟਸ ਆਪਣੇ ਕੋਲੇ ਜੀ ਇੰਪੋਰਟੈਂਟ ਮੈਂ ਤੁਹਾਨੂੰ ਚੀਫ ਜਸਟਿਸ ਹੈ ਜਿਹੜੇ ਇਹ ਵੀ ਨੋਟ ਕਰਵਾਏ ਨੇ। ਦੇਖੋ ਟੋਟਲ ਬਟ 50 ਨੇ, ਤੇ ਇੱਕ ਵਾਰੀ ਸਟੂਡੈਂਟਸ ਇੱਕ ਗੱਲ ਯਾਦ ਰੱਖਿਓ, ਟੋਟਲ ਅੱਜ ਤੱਕ ਇਹ ਜਿਹੜੇ DY ਚੰਦਰਚੂੜ ਨੇ ਇਹ 50 ਨੰਬਰ ਦੇ ਨੇ। ਠੀਕ ਹੈ ਜੀ, ਇੱਕ ਵਾਰੀ ਸਟੂਡੈਂਟਸ ਤੁਸੀਂ ਇਹਨਾਂ ਦੀ ਆਪਣੇ ਲੈਵਲ ਦੇ ਉੱਤੇ ਵੀ ਲਿਸਟ ਜਿਹੜੀ ਉਹ ਕੱਢ ਲੈਣੀ ਹੈ, ਲਿਸਟ ਡਾਊਨਲੋਡ ਕਰਕੇ ਇੱਕ ਵਾਰੀ ਸਾਰਿਆਂ ਦਾ ਸੀਕੁਐਂਸ ਵੀ ਦੇਖ ਲੈਣਾ। ਮੈਂ ਸਿਰਫ ਤੁਹਾਨੂੰ ਇੰਪੋਰਟੈਂਟ ਨਾਮ ਨੇ ਜਿਹੜੇ ਉਹ ਨੋਟ ਕਰਵਾਏ ਨੇ। ਠੀਕ ਹੈ ਜੀ, ਬਾਕੀ ਇੱਕ ਵਾਰੀ ਆਪਣੇ ਲੈਵਲ ਦੇ ਉੱਤੇ ਸਟੂਡੈਂਟਸ ਤੁਸੀਂ ਇਹਨਾਂ ਦੀ ਜਿਹੜੇ 50 ਦੇ 50 ਨੇ ਇਹਨਾਂ ਦੀ ਜਿਹੜੀ ਲਿਸਟ ਹੈ ਉਹ ਜ਼ਰੂਰ ਦੇਖਣੀ। ਹਾਂਜੀ, ਤੇ ਇਸ ਤੋਂ ਬਾਅਦ ਸਟੂਡੈਂਟਸ ਕੁਝ ਅਦਰ ਪੁਆਇੰਟਸ ਨੇ ਜਿਹੜੇ ਆਪਾਂ ਨੈਕਸਟ ਕਲਾਸ ਦੇ ਵਿੱਚ ਕਵਰ ਕਰਾਂਗੇ। ਹਾਂਜੀ, ਥੈਂਕ ਯੂ ਸਟੂਡੈਂਟਸ, ਟੇਕ ਕੇਅਰ, ਹੈਵ ਅ ਨਾਈਸ ਡੇ।